ਦੋਸਤੋ ਅੱਜ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਨਾ ਉਹ ਇਸ ਤਰ੍ਹਾਂ ਦੀਆਂ ਕਿ ਸਮਝਾਉਣ ਵਾਸਤੇ ਬੈਠੇ ਆ। ਇਹ ਅਸੀਂ ਗੋਰਚੀ ਸਾਹਿਬ ਨੇ ਇਹ ਇਹਨਾਂ ਪਕਾਈ ਕੀਤੀ ਹੈ ਤੇ ਇਹਨਾਂ ਗੱਲਾਂ ਬਾਤਾਂ ਕਰਦੇ ਹਾਂ। ਗੱਲਬਾਤ ਕਰਦੇ ਹਾਂ ਕਿ ਅਗਰ ਤੁਸੀਂ ਜਿਸਮਾਨੀ ਬਿਮਾਰੀਆਂ ਤੋਂ ਬਚਣਾ ਔਰ ਆਪਣੀ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਗੁਜ਼ਾਰਨੀ ਜੇ ਤੇ ਉਹਦੇ 'ਚ ਇੱਕ ਅਮਲ ਜ਼ਰੂਰ ਕਰੋ। ਜਿਹੜੇ ਅੱਲਾ ਦੇ ਹੁਕਮ ਨੇ ਉਹਨਾਂ ਹੁਕਮਾਂ ਦੇ ਉੱਤੇ ਬਾਕਾਇਦਗੀ ਨਾਲ ਅਮਲ ਕਰੋ। ਰਿਜ਼ਕ ਦਾ ਵਾਅਦਾ ਰੱਬ ਕੋਲੇ ਅੱਲਾ ਕੋਲੇ ਰਿਜ਼ਕ ਅੱਲਾ ਨੇ ਦੇਣਾ ਤੁਹਾਨੂੰ ਹਰ ਇਨਸਾਨ ਨੂੰ। ਲੇਕਿਨ ਜਿਹੜਾ ਵੀ ਕਮਾਣਾ ਜੇ ਨਾ ਉਹ ਸਮਝ ਲਓ ਇਸ ਤਰ੍ਹਾਂ ਦਾ ਕਮਾਣਾ ਜੇ ਕਿ ਜਿਹੜਾ ਤੁਹਾਡੇ ਮੁਕੱਦਰਾਂ 'ਚ ਲਿਖੇ ਹੈ। ਤੁਹਾਨੂੰ ਅੱਲਾ ਨੇ ਦਿਮਾਗ ਦਿੱਤਾ ਹੈ, ਉਸ ਦਿਮਾਗ ਦਾ ਇਸਤੇਮਾਲ ਤੁਸੀਂ ਕਰਨਾ ਚੰਗੇ ਪਾਸੇ ਕਿ ਮੰਦੇ ਪਾਸੇ। ਰਿਜ਼ਕ ਉਹ ਹੀ ਮਿਲਣਾ ਹੈ ਜਿਹੜਾ ਤੁਹਾਡੇ ਮੁਕੱਦਰਾਂ 'ਚ। ਹੋਰ ਦੂਜਾ ਰਿਜ਼ਕ ਨਹੀਂ ਮਿਲ ਸਕਦਾ। ਜੇ ਤੁਸੀਂ ਸਮਝਦੇ ਹੋ ਨਾ ਅਸੀਂ ਕਿਸੇ ਨੂੰ ਠੱਗ ਕੇ ਅਸੀਂ ਕਿਸੇ ਨਾਲ ਫਰੇਬ ਕਰਕੇ ਤੇ ਰਿਜ਼ਕ ਵਧਾ ਲਿਆ, ਉਹ ਵੱਧ ਤੇ ਗਿਆ। ਜਿਹੜਾ ਤੁਹਾਡੇ ਮੁਕੱਦਰਾਂ ਦਾ ਲਿਖਿਆ ਸੀ ਉਹ ਹੀ ਮਿਲਣਾ, ਤੁਹਾਨੂੰ ਮਿਲਿਆ ਉਹ ਹੀ ਹੈ। ਲੇਕਿਨ ਉਹਦੇ 'ਚ ਬੇਬਰਕਤੀ ਪਾ ਦਿੱਤੀ ਜੇ ਬੇਈਮਾਨੀ ਕਰਕੇ, ਫਰਾਡ ਕਰਕੇ, ਧੋਖਾ ਕਰਕੇ। ਤੇ ਜੇ ਤੁਸੀਂ ਅੱਛੀ ਇਮਾਨਦਾਰੀ ਦੇ ਨਾਲ ਮਿਹਨਤ ਕਰੋ ਤੇ ਫਿਰ ਵੀ ਤੁਹਾਡਾ ਰਿਜ਼ਕ, ਕਿਉਂਕਿ ਅੱਲਾਹ ਤਾਲਾ ਕਹਿੰਦਾ ਹੈ ਕਿ ਮੈਂ ਜਿਹੜਾ ਤੇਰੇ ਮੁਕੱਦਰਾਂ 'ਚ ਰਿਜ਼ਕ ਲਿਖੇ ਹੈ ਨਾ ਉਹ ਮਿਹਨਤ ਕਰਕੇ ਹਾਸਲ ਕਰ ਮੇਰੇ ਕੋਲੋਂ। ਤੇ ਜਿਸ ਤਰ੍ਹਾਂ ਦੀ ਮਿਹਨਤ ਕਰਨੀ ਹੈ ਉਂਝ ਦਾ ਉਹਦਾ ਫਲ ਮਿਲਣਾ ਹੀ, ਅਜਰ ਮਿਲਣਾ ਹੀ। ਜੇ ਬਰਕਤ ਵਾਲਾ ਕਰਨਾ ਹੀ ਤੇ ਇਮਾਨਦਾਰੀ ਨਾਲ ਕਰਨਾ ਹੀ, ਰਿਜ਼ਕ ਉਹ ਹੀ ਹਾਸਲ ਕਰਨਾ ਹੀ ਜਿਹੜਾ ਤੇਰੇ ਮੁਕੱਦਰਾਂ 'ਚ। ਦੂਜਾ ਰਿਜ਼ਕ ਨਹੀਂ ਮਿਲ ਸਕਦਾ। ਤੇ ਫਿਰ ਵੇਖੋ ਤੁਸੀਂ ਤਜਜ਼ੀਆ ਕਰੋ ਕਿ ਵੇਖੋ ਬੱਚਾ ਇੱਕ ਯਤੀਮ ਹੈ, ਉਹਦੇ ਸਿਰ 'ਤੇ ਤੁਸੀਂ ਹੱਥ ਰੱਖਦੇ ਹੋ, ਉਹ ਤੁਹਾਡਾ ਵੀ ਰਿਜ਼ਕ ਵੱਧਦਾ ਹੈ। ਫਿਰ ਉਸ ਤੋਂ ਇਲਾਵਾ ਉਸ ਬੱਚੇ ਦੇ ਵੀ ਦਿਲ ਦੇ ਵਿੱਚ ਤੁਹਾਡੇ ਵਾਸਤੇ ਮੁਹੱਬਤ ਪੈਦਾ ਹੁੰਦੀ ਹੈ, ਉਨਸ ਪੈਦਾ ਹੁੰਦਾ ਹੈ, ਤੁਹਾਡੇ ਵਾਸਤੇ ਦੁਆ ਕਰਦਾ ਹੈ। ਅਤੇ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਜਿਹੜੇ ਬੱਚੇ ਗਰੀਬੀ 'ਚ ਯਤੀਮੀ 'ਚ ਪਲਦੇ ਨੇ ਨਾ ਅਤੇ ਉਹ ਜਦੋਂ ਜਵਾਨ ਹੁੰਦੇ ਨੇ, ਬਾਲਗ ਹੁੰਦੇ ਨੇ, ਅੱਲਾਹ ਤਾਲਾ ਉਹਨਾਂ ਵਾਸਤੇ ਕਿੱਡੇ ਸਬਾਬ ਪੈਦਾ ਕਰਦਾ ਕਿ ਉਹ ਦੁਨੀਆ ਨਾਲ ਤਰੱਕੀ ਕਰ ਜਾਂਦੇ ਨੇ। ਹਾਂਜੀ, ਅਤੇ ਇਹ ਸੋਚੋ, ਇਹ ਸਮਝੋ ਅਤੇ ਫਿਰ ਹੀ ਜ਼ਿੰਦਗੀ ਸਹੀ ਜੇ ਤੁਸੀਂ ਜਿਸਮਾਨੀ ਬਿਮਾਰੀਆਂ ਤੋਂ ਪਾਕ ਰਹਿਣਾ, ਆਪਣਾ ਜਿਸਮ ਰੱਖਣਾ ਹੈ, ਅਤੇ ਉਹਦੇ ਵਾਸਤੇ ਤੁਹਾਡੇ ਕੋਲ ਇਹ ਅਮਲ ਹੋਣਾ ਚਾਹੀਦਾ ਹੈ। ਅਤੇ ਸਾਨੂੰ ਦਿਓ ਹੁਣ ਇਜਾਜ਼ਤ। ਅੱਲਾ ਨਿਗਹਿਬਾਨ।